ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਵਿੱਚ ਕਿਹੜੇ ਕਾਮਿਆਂ ਦੀਆਂ ਤਨਖਾਹਾਂ ਦੇ ਵਿੱਚ ਹੋਣ ਜਾ ਰਿਹਾ ਹੈ ਵਾਧਾ। ਕੈਨੇਡਾ ਨੇ ਅੱਜ ਟਰੈਵਲ ਸੰਬੰਧੀ ਜੋ 2 ਮੁੱਖ ਐਲਾਨ ਕੀਤੇ ਨੇ ਉਸ ਦੇ ਬਾਰੇ ਖਬਰਾਂ ਵਿੱਚ ਪੂਰੀ ਜਾਣਕਾਰੀ ਦੱਸਾਂਗੇ। 16 ਸਾਲਾ ਇੱਕ ਹੈਮਿਲਟਨ ਦੇ ਰਹਿਣ ਵਾਲੇ ਨੌਜਵਾਨ ਦੇ ਉੱਤੇ ਕਤਲ ਦਾ ਮਾਮਲਾ ਦਰਜ ਹੋਇਆ ਸੀ, ਜਿਸ ਸੰਬੰਧੀ ਸਜ਼ਾ ਦਾ ਐਲਾਨ। ਬ੍ਰਿਟਿਸ਼ ਕੋਲੰਬੀਆ ਵਿੱਚ ਅੱਜ ਸਵੇਰੇ ਆਇਆ ਭੂਚਾਲ, ਦੱਸਾਂਗੇ ਕਿਹੜੇ ਖੇਤਰਾਂ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ। ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਨੇ ਮੁੜ ਤੋਂ ਸਿਹਤ ਸੰਬੰਧੀ ਹਦਾਇਤਾਂ ਨੂੰ ਲੈ ਕੇ ਸਖਤੀ ਦਾ ਐਲਾਨ ਕਰ ਦਿੱਤਾ ਹੈ। ਦੱਸਾਂਗੇ ਮੁੜ ਤੋਂ ਕਿਹੜੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਨੇ ਤੇ ਵੱਡੇ ਇਕੱਠ ਕਰਨ ਦੇ ਉੱਤੇ ਕਿਵੇਂ ਪਾਬੰਦੀ ਲਾਈ ਗਈ ਹੈ। ਇਸ ਦੇ ਨਾਲ ਹੀ ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਬਾਇਓਮੈਟ੍ਰਿਕ ਦੇ ਬਾਰੇ ਜੋ ਨਵੀਂ ਜਾਣਕਾਰੀ ਸਾਂਝੀ ਕੀਤੀ ਉਸ ਦੇ ਬਾਰੇ ਵੀ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਵਾਂਗੇ ਜੋ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਦੇ ਅਧੀਨ ਵੀ ਜਿਹੜੇ ਪ੍ਰਾਈਵੇਟ ਸੈਕਟਰ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਜੋ ਅਗਲੇ 2 ਹਫ਼ਤੇ ਦੇ ਵਿੱਚ ਤਨਖਾਹਾਂ 'ਚ ਤਬਦੀਲੀ ਹੋਣ ਜਾ ਰਹੀ ਹੈ। ਦਸੰਬਰ 29, 2021 ਤੋਂ ਇਹ ਹੋਵੇਗਾ ਕਿ ਜੋ ਫੈਡਰਲ ਮਿਨੀਮਮ ਵੇਜ ਹੈ ਯਾਨੀ ਕਿ ਘੱਟੋ ਘੱਟ ਤਨਖਾਹ ਹੈ ਉਹ $15 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਹੋ ਜਾਵੇਗੀ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਬਜਟ 2021 ਦੇ ਵਿੱਚ ਜਿਸ ਤਰ੍ਹਾਂ ਵਾਅਦਾ ਕੀਤਾ ਗਿਆ ਸੀ ਉਸੇ ਵਾਅਦੇ ਦੇ ਉੱਤੇ ਕੰਮ ਕਰਦੇ ਹੋਏ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ, ਜਿਸ ਦੇ ਵਿੱਚ ਆਮ ਲੋਕਾਂ ਨੂੰ ਮਦਦ ਦੇਣ ਦੇ ਵਾਸਤੇ ਫੈਡਰਲ ਰੈਗੂਲੇਟਡ ਪ੍ਰਾਈਵੇਟ ਸੈਕਟਰ ਨੇ ਜੋ ਉਹਨਾਂ ਦੇ ਵਾਸਤੇ ਵੀ ਮਿਨੀਮਮ ਵੇਜ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਤਕਰੀਬਨ 26,000 ਫੈਡਰਲ ਰੈਗੂਲੇਟਡ ਪ੍ਰਾਈਵੇਟ ਸੈਕਟਰ ਦੇ ਅਜਿਹੇ ਕਾਮੇ ਨੇ ਜਿਹੜੇ ਕਿ $15 ਪ੍ਰਤੀ ਘੰਟੇ ਦੇ ਤਨਖਾਹ ਤੋਂ ਘੱਟ ਤਨਖਾਹ ਦੇ ਉੱਤੇ ਕੰਮ ਕਰਦੇ ਨੇ, ਜੋ ਹੁਣ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਫਾਇਦਾ ਹੋਵੇਗਾ, ਜਿਸ ਦੇ ਬਾਰੇ ਕੈਨੇਡਾ ਸਰਕਾਰ ਨੇ ਦਾਅਵਾ ਕੀਤਾ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਵਿੱਚ ਜ਼ਿਆਦਾਤਰ ਕਾਮੇ ਓਨਟਾਰੀਓ ਤੇ ਕਿਊਬੈਕ ਵਿੱਚ ਕੰਮ ਕਰਦੇ ਨੇ, ਜਿਨ੍ਹਾਂ ਦੀਆਂ ਤਨਖਾਹਾਂ ਹੁਣ ਵਧਣਗੀਆਂ, ਜਿਸ ਦੇ ਵਿੱਚ 59% ਤੱਕ ਪੁਰਸ਼ ਨੇ ਤੇ 41% ਤੱਕ ਔਰਤਾਂ ਨੇ, ਜਿਨ੍ਹਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਅੱਗੇ ਤੁਹਾਨੂੰ ਜਾਣਕਾਰੀ ਦਵਾਂਗੇ ਜੋ ਟਰੈਵਲ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਮੁੜ ਤੋਂ ਹਦਾਇਤ ਲਾਗੂ ਕੀਤੀ ਗਈ ਹੈ ਉਸ ਦੇ ਬਾਰੇ। ਕੈਨੇਡਾ ਸਰਕਾਰ ਨੇ ਮੁੜ ਤੋਂ ਐਲਾਨ ਕਰ ਦਿੱਤਾ ਹੈ ਕਿ ਕੋਵਿਡ-19 ਦੇ PCR ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ ਹੁਣ ਸਾਰੇ ਹੀ ਯਾਤਰੀਆਂ ਵਾਸਤੇ ਮੁੜ ਤੋਂ। ਇਸ ਤੋਂ ਪਹਿਲਾਂ ਜਿਵੇਂ ਕਿ ਛੋਟ ਦੇ ਦਿੱਤੀ ਗਈ ਸੀ ਕਿ ਜਿੰਨੇ ਵੀ ਯਾਤਰੀ ਕੈਨੇਡਾ ਵਿੱਚ 72 ਘੰਟੇ ਦੇ ਵਾਸਤੇ ਆਉਂਦੇ ਨੇ ਜਾਂ ਫਿਰ ਜਿਵੇਂ ਕਿ ਕੋਈ ਜੇਕਰ ਅਮਰੀਕਾ ਤੋਂ ਆਉਂਦਾ ਏ ਤਾਂ ਉਹਨਾਂ ਨੂੰ ਕੋਵਿਡ-19 ਦੇ PCR ਟੈਸਟ ਦੀ ਨੈਗੇਟਿਵ ਰਿਪੋਰਟ ਦੀ ਲੋੜ ਨਹੀਂ ਸੀ ਪੈਂਦੀ, ਜਿਨ੍ਹਾਂ ਦਾ ਸਿਰਫ ਫੁੱਲੀ ਵੈਕਸੀਨੇਟਡ ਹੋਣਾ ਹੀ ਜ਼ਰੂਰੀ ਸੀ। ਪਰ ਹੁਣ ਦਸੰਬਰ 21 ਤੋਂ ਮੁੜ ਤੋਂ ਤਬਦੀਲੀ ਕੀਤੀ ਜਾ ਰਹੀ ਹੈ, ਜਿਸ ਦੇ ਲਈ ਸ਼ੁੱਕਰਵਾਰ ਨੂੰ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਕਿ ਪ੍ਰੀ ਅਰਾਈਵਲ ਟੈਸਟਿੰਗ ਦੀ ਜੋ ਹਦਾਇਤ ਹੈ ਉਸ ਦੇ ਵਿੱਚ ਮੁੜ ਤੋਂ ਬਦਲਾਅ ਕੀਤੇ ਜਾਣਗੇ। ਆਉਂਦੇ ਮੰਗਲਵਾਰ ਤੋਂ ਜਿੰਨੇ ਵੀ ਯਾਤਰੀ ਕੈਨੇਡਾ ਵਿੱਚ ਦਾਖਲ ਹੋਣਗੇ ਉਹਨਾਂ ਦੇ ਵਾਸਤੇ ਲਾਜ਼ਮੀ ਹੋਵੇਗਾ ਕਿ ਉਹ ਕੋਵਿਡ-19 ਦੇ PCR ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ, ਜੋ ਕਿ ਹੁਣ ਕਿਸੇ ਨੂੰ ਵੀ ਛੋਟ ਨਹੀਂ ਹੋਵੇਗੀ। ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦੇ ਜੋ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਇਸ ਦੌਰਾਨ ਛੁੱਟੀਆਂ ਦੇ ਵਿੱਚ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦੇ ਮਾਮਲੇ ਵਧਣ ਦੇ ਬਾਰੇ ਜੋ ਕਿਆਸ ਲਗਾਏ ਜਾ ਰਹੇ ਨੇ ਉਸ ਤੋਂ ਪਹਿਲਾਂ ਇਹ ਫੈਸਲਾ ਲਿਆ ਗਿਆ, ਜਿਸ ਦੇ ਬਾਰੇ ਕੈਨੇਡਾ ਦੇ ਸਿਹਤ ਮੰਤਰੀ ਨੇ ਇਸ ਦੇ ਬਾਰੇ ਐਲਾਨ ਕੀਤਾ, ਜਿਨ੍ਹਾਂ ਦੇ ਵੱਲੋਂ ਬਾਰਡਰਸ ਦੇ ਉੱਤੇ ਸਖਤ ਹਦਾਇਤਾਂ ਲਾਗੂ ਕੀਤੇ ਜਾਣ ਦੇ ਬਾਰੇ ਇਹ ਗੱਲਾਂ ਕਹੀਆਂ ਗਈਆਂ ਨੇ ਤਾਂ ਕਿ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦੇ ਮਾਮਲਿਆਂ ਦੇ ਉੱਤੇ ਠੱਲ ਪਾਈ ਜਾ ਸਕੇ। ਅੱਗੇ ਜਾਣਕਾਰੀ ਜਿਵੇਂ ਕਿ ਕੈਨੇਡਾ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ 10 ਦੱਖਣੀ ਅਫਰੀਕਾ ਦੇ ਦੇਸ਼ ਜਿਨ੍ਹਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਉੱਤੇ ਬੈਨ ਲਗਾ ਦਿੱਤਾ ਗਿਆ ਸੀ ਕਿ ਉਹਨਾਂ ਦੀ ਕੈਨੇਡਾ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਸੀ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦੇ ਫੈਲਣ ਦੇ ਕਰਕੇ। ਪਰ ਹੁਣ ਐਲਾਨ ਕਰ ਦਿੱਤਾ ਗਿਆ ਦਸੰਬਰ 18 ਤੋਂ ਰਾਤ ਦੇ 11:59 ਤੋਂ ਬਾਅਦ ਉਹਨਾਂ ਦੇ ਵਾਸਤੇ ਇਹ ਬੈਨ ਹਟਾ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਇਸ ਦੇ ਬਾਰੇ ਦਸੰਬਰ 17 ਨੂੰ ਐਲਾਨ ਕੀਤਾ। ਪਹਿਲਾਂ ਕੈਨੇਡਾ ਸਰਕਾਰ ਨੇ ਨਵੰਬਰ 26 ਨੂੰ ਇਹ ਬੈਨ ਲਗਾਇਆ ਸੀ, ਜਦੋਂ ਦੱਖਣੀ ਅਫਰੀਕਾ ਦੇ 7 ਦੇਸ਼ਾਂ ਦੇ ਉੱਤੇ ਬੈਨ ਲਗਾਇਆ ਗਿਆ ਸੀ, ਪਰ ਕੁਝ ਦਿਨ ਬਾਅਦ ਹੀ ਇਸ ਬੈਨ ਨੂੰ ਵਧਾਉਂਦੇ ਹੋਏ 10 ਦੇਸ਼ ਕਰ ਦਿੱਤੇ ਗਏ ਸਨ, ਜਿੱਥੇ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ ਦੇਸ਼ ਵਿੱਚ ਬੈਨ ਕਰ ਦਿੱਤੀ ਗਈ ਸੀ। ਇਹ ਬੈਨ ਜਨਵਰੀ 31, 2022 ਤੱਕ ਲਾਗੂ ਕੀਤਾ ਗਿਆ ਸੀ, ਪਰ ਹੁਣ ਮੁੜ ਤੋਂ ਇਸ ਨੂੰ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਉਹ 10 ਦੇਸ਼ ਜਿਨ੍ਹਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਵਾਸਤੇ ਕੈਨੇਡਾ ਨੇ ਐਂਟਰੀ ਬੰਦ ਕੀਤੀ ਸੀ, ਹੁਣ ਉਹ ਯਾਤਰੀ ਆ ਸਕਣਗੇ। ਹੁਣ ਤੁਹਾਨੂੰ ਦੱਸਾਂਗੇ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਕਿੰਨੀ ਤੀਬਰਤਾ ਦੇ ਨਾਲ ਇਹ ਭੂਚਾਲ ਆਇਆ ਤੇ ਕਿਹੜੇ ਖੇਤਰਾਂ ਦੇ ਵਿੱਚ ਆਇਆ, ਉਸ ਦੇ ਬਾਰੇ ਜਾਣਕਾਰੀ ਦੱਸਾਂਗੇ।
ਬ੍ਰਿਟਿਸ਼ ਕੋਲੰਬੀਆ ਦੇ ਮੇਨਲੈਂਡ ਤੇ ਵੈਨਕੂਵਰ ਆਈਲੈਂਡ ਖੇਤਰ ਦੇ ਵਿੱਚ ਸ਼ੁੱਕਰਵਾਰ ਦੀ ਸਵੇਰ ਨੂੰ ਭੂਚਾਲ ਆਇਆ ਹੈ, ਜੋ ਕਿ ਆਈਲੈਂਡ ਤੇ ਮੈਟਰੋ ਵੈਨਕੂਵਰ ਵਿੱਚ ਕਈ ਥਾਵਾਂ ਦੇ ਉੱਤੇ ਮਹਿਸੂਸ ਕੀਤਾ ਗਿਆ। ਅਰਥਕੁਏਕ ਕੈਨੇਡਾ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਤਵਾਸਨ ਦੇ ਦੱਖਣ ਪੱਛਮੀ ਖੇਤਰ ਵੱਲ 22 ਕਿਲੋਮੀਟਰ ਦੇ ਹਿੱਸੇ ਵਿੱਚ ਭੂਚਾਲ ਮਹਿਸੂਸ ਕੀਤਾ ਗਿਆ। ਸਵੇਰੇ ਸ਼ੁੱਕਰਵਾਰ ਨੂੰ 4:15 ਦੇ ਕਰੀਬ ਦਾ ਸਮਾਂ ਸੀ। ਇਸ ਭੂਚਾਲ ਦੇ ਕਰਕੇ ਕੋਈ ਵੀ ਨੁਕਸਾਨ ਤਾਂ ਨਹੀਂ ਹੋਇਆ। ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ ਇਸ ਸੰਸਥਾ ਦੇ ਮੁਤਾਬਕ ਇਸ ਭੂਚਾਲ ਦੀ ਡੂੰਘਾਈ 17 ਕਿਲੋਮੀਟਰ ਤੱਕ ਦੀ ਦਰਜ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ 3.6 ਦੀ ਤੀਬਰਤਾ ਦੇ ਨਾਲ ਇਹ ਭੂਚਾਲ ਆਇਆ ਹੈ। ਮੈਟਰੋ ਵੈਨਕੂਵਰ ਤੇ ਨਾਲ ਹੀ ਵੈਨਕੂਵਰ ਆਈਲੈਂਡ ਦੇ ਉੱਤੇ ਕਈਆਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਨੇ। ਸ਼ੁੱਕਰਵਾਰ ਦੀ ਸਵੇਰ ਨੂੰ 7 ਵਜੇ ਤੱਕ ਅਰਥਕੁਏਕਸ ਕੈਨੇਡਾ ਵਿਭਾਗ ਨੇ ਦੱਸਿਆ ਕਿ ਉਹਨਾਂ ਨੂੰ 83 ਰਿਪੋਰਟਸ ਮਿਲੀਆਂ, ਜੋ ਕਿ ਇਹ ਜਾਣਕਾਰੀ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਭੂਚਾਲ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਏ ਨੇ। ਅੱਗੇ ਜਾਣਕਾਰੀ ਜੋ ਹੈਮਿਲਟਨ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ 16 ਸਾਲ ਦੇ ਨੌਜਵਾਨ ਨੂੰ ਦੋਸ਼ੀ ਮੰਨਿਆ ਗਿਆ ਹੈ ਕਤਲ ਦੇ ਮਾਮਲੇ ਵਿੱਚ। ਹੈਮਿਲਟਨ ਹਾਈ ਸਕੂਲ ਵਿੱਚ ਸਾਲ 2019 ਦੌਰਾਨ ਜੋ 16 ਸਾਲ ਦੇ ਨੌਜਵਾਨ ਦੇ ਵੱਲੋਂ ਇੱਕ 15 ਸਾਲ ਦੇ ਨੌਜਵਾਨ ਦੇ ਚਾਕੂ ਮਾਰਿਆ ਗਿਆ ਸੀ, ਉਸ ਤੋਂ ਬਾਅਦ 16 ਸਾਲਾ ਨੌਜਵਾਨ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਜਿਸ ਦੇ ਲਈ ਅਦਾਲਤ ਵੱਲੋਂ ਹੁਣ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ 16 ਸਾਲ ਦੇ ਨੌਜਵਾਨ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਨਾਬਾਲਗ ਹੈ, ਜਿਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦੱਸਣ ਤੋਂ ਇਨਕਾਰ ਕਰ ਦਿੱਤਾ, ਪਰ ਉਸ ਨੂੰ ਸੈਕੰਡ ਡਿਗਰੀ ਮਰਡਰ ਦੇ ਵਾਸਤੇ ਦੋਸ਼ੀ ਪਾਇਆ ਗਿਆ ਹੈ। ਪਿਛਲੇ ਮਹੀਨੇ ਇਸ ਦੇ ਲਈ ਉਸ ਨੂੰ ਦੋਸ਼ੀ ਐਲਾਨਦੇ ਹੋਏ ਅਦਾਲਤ ਵੱਲੋਂ ਦੱਸਿਆ ਗਿਆ ਕਿ ਉਸ ਦੇ ਲਈ ਸਜ਼ਾ ਦਾ ਐਲਾਨ ਹੋਵੇਗਾ, ਜਿਸ ਦੇ ਲਈ ਅੱਜ ਸਜ਼ਾ ਦਾ ਐਲਾਨ ਕੀਤਾ ਗਿਆ। ਇਸ ਦੌਰਾਨ 15 ਸਾਲਾ ਡੇਵਨ ਸੈਲਵੇ ਨਾਮਕ ਨੌਜਵਾਨ, ਜਿਸ ਨੂੰ ਕਿ ਸਰ ਵਿੰਸਟਨ ਚਰਚਿਲ ਸੈਕੰਡਰੀ ਸਕੂਲ ਦੇ ਵਿੱਚ ਹੈਮਿਲਟਨ ਦੇ ਅੰਦਰ ਅਕਤੂਬਰ 7, 2019 ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਦੋਵੇਂ ਇੱਕੋ ਸਕੂਲ 'ਚ ਪੜ੍ਹਦੇ ਸਨ ਤੇ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ। ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਦੇ ਉੱਤੇ ਜਾਂਚ ਵੀ ਕੀਤੀ ਗਈ ਤੇ ਉਸ ਤੋਂ ਬਾਅਦ 16 ਸਾਲਾ ਨੌਜਵਾਨ ਨੂੰ ਇਸ ਦੇ ਲਈ ਦੋਸ਼ੀ ਪਾਇਆ ਗਿਆ। ਅੱਗੇ ਜਾਣਕਾਰੀ, ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਹੈ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਹਤ ਹਦਾਇਤਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ। ਓਮਿਕਰੋਨ ਵੇਰੀਐਂਟ ਦੇ ਮਾਮਲਿਆਂ ਦੀ ਗਿਣਤੀ ਵਧਣ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਾਜ਼ਾ ਐਲਾਨ ਕਰ ਦਿੱਤਾ ਗਿਆ, ਜਿਸ ਮੁਤਾਬਕ ਨਵੀਆਂ ਹਦਾਇਤਾਂ ਬ੍ਰਿਟਿਸ਼ ਕੋਲੰਬੀਆ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਨੇ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਵੱਡੇ ਇਕੱਠ ਜਿਨ੍ਹਾਂ ਦੇ ਵਾਸਤੇ ਛੋਟ ਦੇ ਦਿੱਤੀ ਗਈ ਸੀ, ਉਸ ਦੇ ਵਿੱਚ ਸੀਮਾ ਕਰ ਦਿੱਤੀ ਗਈ ਹੈ ਕਿ 50% ਤੱਕ ਹੀ ਜਿੰਨੀ ਵੀ ਸੀਮਤ ਸੀਮਾ ਹੋਵੇਗੀ ਉਸ ਮੁਤਾਬਕ ਵਿਅਕਤੀ ਇਕੱਠੇ ਹੋ ਸਕਣਗੇ, ਜਿਸ ਸੰਬੰਧੀ ਹੋਰ ਕਈ ਹਦਾਇਤਾਂ ਲਾਈਆਂ ਗਈਆਂ ਨੇ। ਨਾ ਸਿਰਫ ਵੱਡੇ ਇਕੱਠ, ਸਗੋਂ ਜਿਵੇਂ ਕਿ ਖੇਡਾਂ ਜਿਸ ਦੇ ਵਿੱਚ ਕਾਫੀ ਗਿਣਤੀ 'ਚ ਲੋਕ ਆਉਂਦੇ ਸਨ, ਉਹਨਾਂ ਨੂੰ ਵੀ ਫਿਲਹਾਲ ਦੇ ਵਾਸਤੇ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਸਟੋਰੈਂਟਸ ਦੇ ਵਾਸਤੇ ਵੀ ਸਖਤੀ ਨਾਲ ਹਦਾਇਤਾਂ ਲਾਗੂ ਕਰ ਦਿੱਤੀਆਂ ਗਈਆਂ ਨੇ। ਇੱਕ ਦੂਜੇ ਤੋਂ ਵਿੱਥ ਬਣਾ ਕੇ ਰੱਖਣ ਸੰਬੰਧੀ ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਲਾਗੂ ਹੋਵੇਗਾ ਤੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਵੀ ਉਸੇ ਤਰ੍ਹਾਂ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਹੁਣ ਤੱਕ ਇਹ ਸੀ ਕਿ ਜੋ ਛੋਟੇ ਇਵੈਂਟ ਹੁੰਦੇ ਨੇ ਉਹਨਾਂ ਦੇ ਵਾਸਤੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਨਹੀਂ ਸੀ ਦੇਖਿਆ ਜਾ ਰਿਹਾ, ਪਰ ਉਸ ਦੇ ਲਈ ਵੀ ਇਹ ਲਾਗੂ ਕਰ ਦਿੱਤਾ ਗਿਆ। ਜਿਹੜੇ ਵੀ ਵੱਡੇ ਵੈਨਿਊ ਨੇ ਜਿੱਥੇ ਕਿ 1000 ਜਾਂ ਇਸ ਤੋਂ ਜ਼ਿਆਦਾ ਵਿਅਕਤੀ ਇਕੱਠੇ ਹੋ ਸਕਦੇ ਨੇ, ਉਸ ਦੇ ਲਈ ਸੀਮਾ ਕਰ ਦਿੱਤੀ ਗਈ ਹੈ ਕਿ 50% ਤੱਕ ਹੀ ਇਹ ਗਿਣਤੀ ਹੋ ਸਕਦੀ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਦਰਮਿਆਨ ਲੋਕ ਦੂਰੀ ਬਣਾ ਕੇ ਰੱਖ ਸਕਣ। ਇਸ ਦੇ ਨਾਲ ਹੀ ਖੇਡਾਂ ਨਾਲ ਜੁੜੇ ਟੂਰਨਾਮੈਂਟ ਕਰਵਾਉਣ ਦੇ ਵਾਸਤੇ ਜਿਨ੍ਹਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ ਜਨਵਰੀ ਦੇ ਅੰਤ ਤੱਕ, ਫਿਲਹਾਲ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇ, ਇਸ ਦੇ ਬਾਰੇ ਕਹਿ ਦਿੱਤਾ ਗਿਆ। ਤੇ ਜਿਨ੍ਹਾਂ ਨੇ ਨਵੇਂ ਸਾਲ ਦੇ ਉੱਤੇ ਇਵੈਂਟ ਰੱਖੇ ਹੋਏ ਸਨ, ਜਿਨ੍ਹਾਂ ਦੇ ਵੱਲੋਂ ਵੀ ਸਮਾਗਮ ਕਰਵਾਏ ਜਾਣੇ ਸੀ, ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜ਼ਰੂਰੀ ਨਹੀਂ ਹੈ ਕਿ ਬਹੁਤ ਘੱਟ ਗਿਣਤੀ ਵਿੱਚ ਲੋਕਾਂ ਨੇ ਇਕੱਠਾ ਹੋਣਾ ਹੋਵੇ ਜਾਂ ਜ਼ਿਆਦਾ ਵਿੱਚ। ਕੋਈ ਵੀ ਸਮਾਗਮ ਕਿਸੇ ਵੱਲੋਂ ਵੀ ਜੇਕਰ ਨਵੇਂ ਸਾਲ ਦੇ ਉੱਤੇ ਕਰਵਾਇਆ ਜਾਣਾ ਸੀ, ਉਸ ਨੂੰ ਰੱਦ ਕਰਨ ਦੇ ਲਈ ਕਹਿ ਦਿੱਤਾ ਗਿਆ। So we need to put in new measures in place for everyone. These are revisions to the orders that are in place now and will be in place starting on midnight on Sunday. So we'll start on Monday morning and extend through to January 31st, 2022. These amendments are about ensuring everyone is staying small, staying with the people they know, and with people who are vaccinated. Firstly, the events and gatherings order will be amended
so to include all indoor personal gatherings, including at rentals, vacation properties, resorts, are limited to your household or the residents, plus no more than 10 additional individuals, or one other household. And this is if everybody is vaccinated. If you are unvaccinated or have members of your family who are unvaccinated, we cannot have personal gatherings in those settings right now. For events, on our BC vaccine card, proof of vaccine with the BC vaccine card is required no matter the size of events. It no longer starts with events including 50 or more people, which has been the case for the last few months. In addition, we need to step up our scanning of the QR code. We know that that is the best way to ensure that these are valid QR codes, and they must be checked at all events. Venues with a capacity of 1,000 or more people will be limited to 50% capacity, whether that's a concert, hockey game, theater. If the capacity is more than 1,000, then we are reducing that by 50% capacity. And that's to ensure that we have additional space for people. These are events that have been managed very well, and we're not seeing a lot of transmission. But with this highly transmissible variant, we need to have more space, more ventilation, and we need to ensure that we are enforcing the mask wearing requirements that are in place for these events, and ensuring that we're scanning QR codes for these events. All sports tournaments that are both for youth and adults are suspended for the period of this order. We have seen that when you have tournaments, which is teams coming from many different places, coming together over a period of days, those are events where we can see spread of this virus and then taking it back to different communities. I know there are a number of tournaments, particularly hockey tournaments around the province, that were due to start on Boxing Day. Those will need to be suspended and postponed for the period of time of this order. Teams can continue to have games and to travel for games, but only when you're playing one-on-one in a limited time frame. Finally, under the events and gatherings, all New Year's Eve parties will be suspended, no matter their size. We can still have restaurants can continue to operate at full capacity and can have New Year's Eve meals, but we also have some amendments to the Food and Liquor Service Premises Order that will come into place on Monday as well. ਹੁਣ ਤੁਹਾਨੂੰ ਦੱਸਾਂਗੇ ਜੋ ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਬਾਇਓਮੈਟ੍ਰਿਕ ਦੇ ਬਾਰੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਉਸ ਦੇ ਬਾਰੇ। ਭਾਰਤ ਤੋਂ ਜਿਨ੍ਹਾਂ ਦੇ ਵੱਲੋਂ ਵੀ ਕੈਨੇਡਾ ਦੇ ਵੀਜ਼ਾ ਦੇ ਲਈ ਅਪਲਾਈ ਕੀਤਾ ਜਾਣਾ ਹੈ, ਫਿਰ ਬੇਸ਼ੱਕ ਕੋਈ PR ਲਗਾ ਰਿਹਾ ਹੈ, ਵਰਕ ਪਰਮਿਟ ਲਗਾ ਰਿਹਾ ਹੈ, ਸਟੱਡੀ ਪਰਮਿਟ ਲਗਾ ਰਿਹਾ ਹੈ ਜਾਂ ਫਿਰ ਵਿਜ਼ਟਰ ਵੀਜ਼ਾ ਲਗਾ ਰਿਹਾ ਹੈ, ਉਹਨਾਂ ਦੇ ਵਾਸਤੇ ਕੈਨੇਡਾ ਹਾਈ ਕਮਿਸ਼ਨ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਹੁਣ ਤੱਕ ਤਾਂ ਇਹ ਸੀ ਕਿ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਤੋਂ ਪਹਿਲਾਂ ਹੀ ਅਪਾਇੰਟਮੈਂਟਸ ਬੁੱਕ ਕਰ ਲਈਆਂ ਜਾਂਦੀਆਂ ਸੀ ਵੀਜ਼ਾ ਐਪਲੀਕੇਸ਼ਨ ਸੈਂਟਰ ਦਾ ਵੈਬ ਫਾਰਮ ਭਰ ਕੇ, ਪਰ ਦਸੰਬਰ 17, 2021 ਤੋਂ ਇਹ ਲਾਗੂ ਕਰ ਦਿੱਤਾ ਗਿਆ ਕਿ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਯਾਨੀ ਕਿ BIL ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਮਿਲਿਆ ਹੋਣਾ ਜ਼ਰੂਰੀ ਹੋਵੇਗਾ, ਜਿਸ ਤੋਂ ਬਾਅਦ ਹੀ ਬਾਇਓਮੈਟ੍ਰਿਕ ਦੇ ਲਈ ਅਪਾਇੰਟਮੈਂਟ ਬਣਾਈ ਜਾ ਸਕੇਗੀ ਵੀਜ਼ਾ ਐਪਲੀਕੇਸ਼ਨ ਸੈਂਟਰ ਦਾ ਵੈਬ ਫਾਰਮ ਭਰ ਕੇ, ਜਿਸ ਦੇ ਬਾਰੇ ਤਾਜ਼ਾ ਹੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਆਨਲਾਈਨ ਵੈਬ ਫਾਰਮ ਨੂੰ ਜਮ੍ਹਾਂ ਕਰਵਾਇਆ ਜਾਵੇਗਾ ਤਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਵੱਲੋਂ ਇੱਕ ਅਪਾਇੰਟਮੈਂਟ ਸਕੇਡਿਊਲ ਕੀਤੀ ਜਾਵੇਗੀ, ਜਿਸ ਦੀ ਕਨਫਰਮੇਸ਼ਨ ਈਮੇਲ ਦੇ ਰਾਹੀਂ ਆਵੇਗੀ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਦੋਂ ਵੀ ਤੁਸੀਂ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਵਿੱਚ ਪਹੁੰਚਣਾ ਹੈ ਤਾਂ ਉਹ ਬਿਨਾਂ ਅਪਾਇੰਟਮੈਂਟ ਤੋਂ ਕੋਈ ਵੀ ਨਾ ਪਹੁੰਚੇ, ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਦੀ ਕਨਫਰਮੇਸ਼ਨ ਉਹਨਾਂ ਦੇ ਕੋਲ ਹੋਣੀ ਜ਼ਰੂਰੀ ਹੈ ਜਿਹੜੇ ਕਿ ਬਾਇਓਮੈਟ੍ਰਿਕ ਕਰਵਾਉਣ ਦੇ ਲਈ ਪਹੁੰਚਦੇ ਨੇ। ਇਸ ਦੇ ਵਿੱਚ ਇਹ ਵੀ ਹੈ ਕਿ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਇੱਕ ਵਾਰ ਹੀ ਵਰਤਿਆ ਜਾ ਸਕਦਾ ਹੈ, ਜਿਸ ਦੀ ਵਰਤੋਂ ਦੁਬਾਰਾ ਤੋਂ ਨਹੀਂ ਹੋ ਸਕਦੀ, ਤੇ ਜਿਨ੍ਹਾਂ ਦੇ BIL ਐਕਸਪਾਇਰ ਵੀ ਹੋ ਗਏ ਨੇ ਉਹ ਵੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਉਹਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੂੰ ਸੰਪਰਕ ਕਰਨ ਦੀ ਲੋੜ ਨਹੀਂ ਹੈ ਦੁਬਾਰਾ ਤੋਂ ਨਵਾਂ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਲੈਣ ਦੇ ਵਾਸਤੇ, ਕਿਉਂਕਿ COVID-19 ਦੇ ਕਰਕੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਇਹ ਲਾਗੂ ਕਰ ਦਿੱਤਾ ਗਿਆ ਸੀ ਕਿ ਜਿਨ੍ਹਾਂ ਦੇ BIL ਐਕਸਪਾਇਰ ਵੀ ਹੋ ਗਏ ਹੋਣ ਤਾਂ ਵੀ ਉਹਨਾਂ ਦੇ ਵੱਲੋਂ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਲਈ ਜਾ ਸਕਦੀ ਹੈ।